ਕਹਿੰਦੇ ਨੇ ਉਮਰਾਂ ਦਾ ਪੈਂਡਾ ਬਹੁਤ ਹੀ ਖੂਬਸੂਰਤ ਲੱਗਦਾ ਹੈ ਜਦੋਂ ਜੀਵਨ ਸਾਥੀ ਤੁਹਾਨੂੰ ਪਿਆਰ ਕਰਨ ਵਾਲਾ, ਸਮਝਣ ਵਾਲਾ, ਤੁਹਾਡੇ ਨਾਲ ਖੜਨ ਵਾਲਾ ਤੁਹਾਨੂੰ ਮਿਲ ਜਾਂਦਾ ਹੈ। ਜੋੜੀਆਂ ਜਗ ਥੋੜੀਆਂ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਜੀ ਆਇਆਂ ਨੂੰ। ਮੈਂ ਕਮਲਪ੍ਰੀਤ ਕੌਰ ਅੱਜ ਬਹੁਤ ਹੀ ਖਾਸ ਜੋੜੀ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਹੈ। ਉਹ ਜੋੜੀ ਜਿਨ੍ਹਾਂ ਨੇ ਕਲਾਸਾਂ ਵਿੱਚ ਸਾਨੂੰ ਬਿਠਾ ਕੇ ਪੜ੍ਹਾਉਣਾ ਸਿਖਾਇਆ, ਜਿਨ੍ਹਾਂ ਨੇ ਜ਼ਿੰਦਗੀ ਨੂੰ ਅੱਗੇ ਕਿੱਦਾਂ ਤੋਰੀਦਾ, ਕਿੱਦਾਂ ਖੂਬਸੂਰਤ ਅੰਦਾਜ਼ ਦੇ ਨਾਲ ਅੱਗੇ ਵਧੀਦਾ ਉਹਨਾਂ ਨੇ ਸਿਖਾਇਆ, ਜਿਨ੍ਹਾਂ ਦਾ ਸ਼ੁਰੂ ਤੋਂ ਹੀ ਰੁਝਾਨ ਪੜ੍ਹਾਈ ਵੱਲ ਤੇ ਪਤਾ ਨਹੀਂ ਕਿੰਨੇ ਕੁ ਵਿਦਿਆਰਥੀਆਂ ਨੂੰ ਉਹਨਾਂ ਨੇ ਸਫਲਤਾ ਦੀਆਂ ਕੁੰਜੀਆਂ ਹੱਥ ਵਿੱਚ ਫੜਾਈਆਂ ਨੇ। ਅਸੀਂ ਪਹੁੰਚੇ ਹਾਂ ਜਲੰਧਰ ਸ਼ਹਿਰ ਤੇ ਬਹੁਤ ਹੀ ਨਾਮੀ ਸ਼ਖਸੀਅਤ ਉਹਨਾਂ ਦੇ ਘਰ ਤੇ ਬਿਨਾਂ ਦੇਰੀ ਤੋਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੋੜੀਆਂ ਜਗ ਥੋੜੀਆਂ। ਦੋ ਜੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਜਦੋਂ ਆਉਂਦੇ ਨੇ ਤਾਂ ਬਹੁਤ ਸਾਰੀਆਂ ਰੀਝਾਂ ਚਾਵਾਂ ਨੂੰ ਨੇਪਰੇ ਹੋਣ ਦੀ ਆਸ ਬੱਝ ਜਾਂਦੀ ਹੈ। ਇੱਕ ਦੂਸਰੇ ਦੀ ਰੀਝਾਂ ਤੇ ਚਾਵਾਂ ਨੂੰ ਪੂਰਾ ਕੀਤਾ ਰਿਟਾਇਰਡ ਪ੍ਰਿੰਸੀਪਲ ਡਾਕਟਰ ਸਤੀਸ਼ ਕਪੂਰ ਤੇ ਰਿਟਾਇਰਡ ਪ੍ਰਿੰਸੀਪਲ ਡਾਕਟਰ ਊਸ਼ਾ ਕਪੂਰ ਨੇ। ਦੋਵਾਂ ਦਾ ਵਿਆਹ 25 ਨਵੰਬਰ 1976 ਵਿੱਚ ਹੋਇਆ। ਦੋਵੇਂ ਜਾਣੇ ਸਿੱਖਿਆ ਦੇ ਖੇਤਰ ਵਿੱਚ ਉੱਚ ਕੋਟੀ ਦੇ ਸ਼ਖਸੀਅਤ ਹਨ। ਦੋਵਾਂ ਜੀਆਂ ਨੇ ਸਿਰਫ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਇਆ, ਸਗੋਂ ਆਪਣੇ ਕੰਮ ਦੇ ਪ੍ਰਤੀ ਇਹੋ ਜਿਹੀ ਕਾਰਗੁਜ਼ਾਰੀ ਕੀਤੀ ਕਿ ਅੱਜ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਹਨ। ਆਓ ਉਹਨਾਂ ਦੇ ਨਾਲ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਹਾਸਿਲ ਕਰਦੇ ਹਾਂ। ਡਾਕਟਰ ਸਤੀਸ਼ ਕਪੂਰ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਊਸ਼ਾ ਕਪੂਰ, ਨਿੱਘਾ ਜੀ ਆਇਆਂ ਨੂੰ ਮੈਮ ਤੇ ਸਰ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ। ਬਹੁਤ ਵਡਮੁੱਲੇ ਅਸੀਂ ਸਮਝਦੇ ਹਾਂ ਕਿ ਆਪਣੇ ਆਪ ਨੂੰ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਔਰ ਇੰਨਾ ਕੁਝ ਹੈ ਤੁਹਾਡੇ ਕੋਲ ਸਿੱਖਣ ਨੂੰ ਤੇ ਅੱਜ ਅਸੀਂ ਪੱਕਾ ਸਭ ਕੁਝ ਬਹੁਤ ਕੁਝ ਸਿੱਖ ਕੇ ਜਾਣਾ ਹੈ। ਸਭ ਤੋਂ ਪਹਿਲਾਂ ਡਾਕਟਰ ਸਤੀਸ਼ ਕਪੂਰ ਜੀ, ਤੁਹਾਡਾ ਪਿਛੋਕੜ ਕਿੱਥੋਂ ਦਾ ਹੈ? ਮੇਰਾ ਜਨਮ ਪੰਜਾਬ 'ਚ ਪਿੰਡ ਢਿਲਵਾਂ ਦੇ ਵਿੱਚ ਡਿਸਟ੍ਰਿਕਟ ਕਪੂਰਥਲਾ 'ਚ ਹੋਇਆ। ਮੇਰੇ ਫਾਦਰ ਗੁਰਦਾਸ ਰਾਮ ਕਪੂਰ, ਉਹ ਜਲੰਧਰ 'ਚ ਉਹਨਾਂ ਦਾ ਬਿਜ਼ਨਸ ਸੀ ਟਿੰਬਰ ਦਾ, ਤੇ ਇਸ ਕਰਕੇ ਉਹ ਜਲੰਧਰ ਆ ਕੇ ਸੈਟਲ ਹੋ ਗਏ। ਮੈਂ 1 ਸਾਲ ਦਾ ਸੀ ਜਦੋਂ ਅਸੀਂ ਜਲੰਧਰ ਆ ਗਏ ਸੀਗੇ। ਉਸ ਤੋਂ ਬਾਅਦ ਮੇਰੀ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਮੰਡੀ ਫੈਂਟਨਗੰਜ ਗਰਲਜ਼ ਹਾਇਰ ਸੈਕੰਡਰੀ ਸਕੂਲ 'ਚ ਹੋਈ, ਜਿੱਥੇ ਮੇਰੀ ਵੱਡੀ ਭੈਣ ਡਾਕਟਰ ਨੀਲਮ ਗੁਲਾਟੀ ਮੈਨੂੰ ਨਾਲ ਹੀ ਲੈ ਕੇ ਜਾਂਦੇ ਹੁੰਦੇ ਸੀ ਉਂਗਲ ਪਕੜ ਕੇ। ਉਸ ਦੇ ਬਾਅਦ ਫਿਰ ਮੈਂ 3 ਸਾਲ ਦੇਵੀ ਸਾਈ ਸਨਾਤਨ ਧਰਮ ਸਕੂਲ ਦੇ ਵਿੱਚ ਪੜ੍ਹਿਆ, ਫਿਰ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਿਆ, ਫਿਰ DAV ਕਾਲਜ, ਔਰ ਉੱਥੋਂ ਫਿਰ ਮੈਂ ਯੂਨੀਵਰਸਿਟੀ ਆਫ ਲੰਡਨ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਦੇ ਵਿੱਚ ਬ੍ਰਿਟਿਸ਼ ਕਾਉਂਸਲ ਸਕਾਲਰ ਦੇ ਤੌਰ ਤੇ ਉੱਥੇ ਸਟੱਡੀ ਕੀਤਾ ਜੀ। ਸ਼ੁਰੂ ਤੋਂ ਹੀ ਮੇਰਾ ਸ਼ੌਕ ਯੋਗ ਅਭਿਆਸ ਦਾ, ਸਪਿਰਿਚੁਅਲਿਟੀ ਦਾ, ਸਤਸੰਗ ਸੁਣਨ ਦਾ ਔਰ ਥੋੜਾ ਬਹੁਤ ਕਰਨ ਦਾ ਵੀ ਇਸ ਤਰ੍ਹਾਂ ਦਾ ਮੇਰਾ ਸ਼ੌਕ ਸੀਗਾ ਜੀ। ਲੰਡਨ 'ਚ ਮੈਂ ਸਵਾਮੀ ਵਿਵੇਕਾਨੰਦ ਤੇ PhD ਕੀਤੀ ਔਰ ਉਸ ਤੋਂ ਬਾਅਦ ਮੈਂ ਕਾਫੀ ਕਿਤਾਬਾਂ ਵੀ ਲਿਖੀਆਂ ਔਰ ਉਹਨਾਂ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਬਾਰੇ ਲਿਖਿਆ। ਮੈਂ ਸਿੱਖ ਧਰਮ ਤੇ ਵੀ ਲਿਖਿਆ, ਜੈਨ ਧਰਮ ਤੇ ਵੀ ਲਿਖਿਆ, ਈਸਾਈਅਤ ਤੇ ਵੀ ਲਿਖਿਆ ਜੀ। ਮੈਂ 1970 ਦੇ ਵਿੱਚ 19 ਸਾਲ ਦਾ ਸੀ ਜਦੋਂ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਐਜ਼ ਲੈਕਚਰ ਜੁਆਇਨ ਕੀਤਾ ਔਰ ਉਸ ਦੇ ਬਾਅਦ ਉੱਥੇ ਮੈਂ ਵਾਈਸ ਪ੍ਰਿੰਸੀਪਲ ਬਣਿਆ, ਡਾਇਰੈਕਟਰ ਸੀ ਜਿਹੜਾ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ ਹੈ ਜੀ, ਔਰ ਫਾਈਨਲੀ ਮੈਂ ਉੱਥੇ ਪ੍ਰਿੰਸੀਪਲ ਬਣਿਆ। ਉਸ ਦੇ ਬਾਅਦ ਫਿਰ ਮੈਂ DAV ਇੰਸਟੀਟਿਊਸ਼ਨਸ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਡਾਇਰੈਕਟਰ ਬਣਿਆ ਔਰ ਫਾਈਨਲੀ ਉੱਥੋਂ ਫਿਰ ਮੈਂ ਰਿਟਾਇਰ ਹੋਇਆ ਐਜ਼ ਰਜਿਸਟਰਾਰ ਆਫ DAV ਯੂਨੀਵਰਸਿਟੀ ਜਲੰਧਰ ਜੀ। ਹੁਣ ਇੱਧਰ ਡਾਕਟਰ ਊਸ਼ਾ ਕਪੂਰ ਜੀ ਹੋਰਾਂ ਕੋਲ ਜਾਣ ਲੈਂਦੇ ਆ ਕਿ ਮੈਮ ਤੁਹਾਡਾ ਕਿੱਥੋਂ ਦਾ ਪਿਛੋਕੜ ਹੈ? ਮੇਰਾ ਜਨਮ ਤਾਂ ਜੀ ਜਲੰਧਰ ਹੀ ਹੋਇਆ ਜੀ ਔਰ ਮੇਰੇ ਪਿਤਾ ਜੀ ਇੰਜੀਨੀਅਰ ਸਨ, ਜਿਨ੍ਹਾਂ ਨੇ ਕੁਝ ਵਕਤ ਵਾਸਤੇ ਕਪੂਰਥਲੇ ਵੀ ਕੰਮ ਕੀਤਾ। ਇਸ ਕਰਕੇ ਮੈਂ ਥੋੜਾ ਜਿਹਾ ਸਮਾਂ ਜਿਹੜਾ ਮੇਰਾ ਬਚਪਨ ਦਾ ਕਪੂਰਥਲੇ ਬੀਤਿਆ, ਜਿੱਥੇ ਮੈਂ ਹਿੰਦੂ ਪੁੱਤਰੀ ਪਾਠਸ਼ਾਲਾ ਸਕੂਲ 'ਚ ਪੜ੍ਹੀ ਔਰ
ਫਿਰ ਸਲੋਲੀ ਗ੍ਰੈਜੂਅਲੀ ਕੁਝ ਸਾਲਾਂ ਬਾਅਦ ਮੇਰੇ ਪਿਤਾ ਜੀ ਜਲੰਧਰ ਆ ਗਏ, ਉਹਨਾਂ ਨੇ ਆਪਣੀ ਫੈਕਟਰੀ ਲਗਾ ਲਈ ਜੀ। और मेरे पिताजी बहुत ज़्यादा मेहनती और अपने काम के प्रति समर्पित सीगे। और मेरे माता जी श्रीमती शांति कोहली वो भी बहुत ही धार्मिक विचारां दी सही, जिन्हां नूं ये शौक सी कि मेरे बच्चे पढ़ लिख के अगे वधन, अपने पैरां ते खड़े होण। और इसे ही जलंधर दे विच मैं स्कूलिंग भी कीती और HME जलंधर तो मैं अपनी बैचलर डिग्री कीती और DAV जलंधर तो मैं अपनी पहली MA पोलिटिकल साइंस सन 73 ਦੇ ਵਿੱਚ ਉੱਥੋਂ ਕੀਤੀ। ਇਹਦੇ ਬਾਅਦ ਮੈਂ 1975 ਦੇ ਵਿੱਚ ਮੇਰੀ ਦੂਸਰੀ MA ਹਿਸਟਰੀ, ਮੈਂ ਬੀਇੰਗ ਪ੍ਰਾਈਵੇਟ ਕੈਂਡੀਡੇਟ ਬਟ ਬਿਫੋਰ ਦੈਟ ਆਈ ਵਾਸ ਆਲਰੇਡੀ ਲੈਕਚਰਰ। ਮੈਂ ਲੈਕਚਰਰ ਬਣ ਚੁੱਕੀ ਸੀ। ਲੈਕਚਰਰ ਦੇ ਤੌਰ ਦੇ ਉੱਤੇ ਮੈਂ ਦੂਸਰੀ MA ਹਿਸਟਰੀ ਕੀਤੀ ਔਰ 77 ਦੇ ਵਿੱਚ ਮੈਂ ਤੀਸਰੀ MA ਪਬਲਿਕ ਐਡਮਿਨਿਸਟ੍ਰੇਸ਼ਨ ਕੀਤੀ ਜੀ। ਇਹਦੇ ਬਾਅਦ MPhil ਕੀਤੀ ਆਪਣੇ ਹਿਮਾਚਲ ਯੂਨੀਵਰਸਿਟੀ ਤੋਂ, ਉਹ ਵੀ ਬੀਇੰਗ ਲੈਕਚਰਰ ਹੀ ਕੀਤੀ ਬਿਕੋਜ਼ ਆਈ ਵਾਸ ਅ ਲੈਕਚਰਰ ਐਟ DAV ਕਾਲਜ ਕਾਂਗੜਾ ਜੀ। ਉਹਦੇ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਮੈਂ PhD ਕੀਤੀ ਔਰ ਮੈਂ ਆਪਣੀ ਪੜ੍ਹਾਈ ਦੇ ਦੌਰਾਨ ਪੰਜਾਬ ਯੂਨੀਵਰਸਿਟੀ ਦੀ ਹੀ 골ਡ ਮੈਡਲਿਸਟ ਹਾਂ ਵਾਹ। ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ। ਉੱਥੇ ਮੈਂ ਪੋਲੀਟੀਕਲ ਸਾਇੰਸ और हिस्ट्री दोनों सब्जेक्ट पढ़ा रही सी DAV कॉलेज। क्या बात है। लेकिन जेडी मेरी जलंधर सिलेक्शन हुई दैट इज इन द गुरु नानक देव यूनिवर्सिटी कॉलेज, इट इज इन पब्लिक एडमिनिस्ट्रेशन जी। दोनों ਦਾ ਸਬਬ ਪਤੀ ਪਤਨੀ ਦਾ ਕਿਵੇਂ ਬਣਿਆ ਹੈ? ਸਬਬ ਤਾਂ ਜੀ ਪੇਰੈਂਟਸ ਨੇ ਬਣਾਇਆ। ਅੱਛਾ। ਕਿਉਂਕਿ ਸਾਡਾ ਤਾਂ ਉਹ ਕਹਿੰਦੇ ਨਾ ਵੀ ਉਹ ਯੁੱਗ ਹੀ ਐਸਾ ਸੀਗਾ ਕਿ ਆਈ ਮੀਨ ਮੈਂ ਤਾਂ ਵੈਸੇ ਵੀ DAV ਕॉलेज ਕਾਂਗੜਾ ਪੜ੍ਹਾਉਂਦੀ ਸੀਗੀ ਔਰ ਇਹ ਜਲੰਧਰ ਸੀਗੇ ਤੇ ਪੇਰੈਂਟਸ ਨੇ ਸਾਡੇ ਵਾਸਤੇ ਚੁਣਾਵ ਕੀਤਾ ਔਰ ਜੋ ਕੀਤਾ ਬਹੁਤ ਵਧੀਆ ਕੀਤਾ। ਸਾਡੇ ਕੋਈ ਰਿਲੇਸ਼ਨ ਜਿਹੜੇ ਹੈ ਬਹੁਤ ਨਜ਼ਦੀਕ ਦੇ, ਉਹ ਇਹਨਾਂ ਦੇ ਏਰੀਆ ਦੇ ਵਿੱਚ ਰਹਿੰਦੇ ਸੀ। ਅੱਛਾ ਜੀ। ਕਿਤੇ ਉਹਨਾਂ ਨਾਲ ਵੀ ਗੱਲ ਹੋਈ, ਉਹ ਕਹਿੰਦੇ ਕਿ ਸਾਡੇ ਇੱਕ ਲੜਕੀ ਤੇ ਹੈ ਪਰ ਉਹ ਖੱਦਰ ਦੇ ਕੱਪੜੇ ਹੀ ਪਾਉਂਦੀ ਹੈ ਪਰ ਲਾਇਕ ਬਹੁਤ ਹੈਗੀ ਹੈ, ਜੇ ਕਹੋ ਤਾਂ ਮੈਂ ਗੱਲ ਚਲਾਵਾਂ। ਅੱਛਾ ਜੀ। ਉਹ ਫਿਰ ਇੱਕ ਗੱਲ ਐਸੀ ਚੱਲੀ ਹੈ ਕਿ ਹੁਣ ਸ਼ਾਦੀ ਨੂੰ ਵੀ ਇੰਨੇ ਸਾਲ ਹੋ ਗਏ ਔਰ ਬਹੁਤ ਵਧੀਆ ਚੱਲ ਰਹੀ ਹੈ। ਕਪੂਰ ਸਾਹਿਬ, ਜਦੋਂ ਘਰ 'ਚ ਗੱਲ ਚੱਲੀ ਹੈ ਕਿ ਬਈ ਕੁੜੀ ਏਦਾਂ ਖੱਦਰ ਦੇ ਕੱਪੜੇ ਪਾਉਂਦੀ ਹੈ ਪਰ ਲਾਇਕ ਬਹੁਤ ਹੈ, ਤੇ ਫਿਰ ਕਿੱਦਾਂ ਦੇਖਣ ਦਿਖਾਈਆ ਹੋਇਆ ਸੀ ਕਿ ਕੁਝ ਕੀਤਾ ਸੀ ਘਰਦਿਆਂ ਨੇ? ਬਹੁਤ ਅੱਛਾ ਲੱਗਾ ਕਿਉਂਕਿ ਮੈਂ ਬਹੁਤ ਫੈਸ਼ਨ ਪ੍ਰਸਤ ਨਹੀਂ ਰਿਹਾ। ਮੈਂ ਇੰਗਲੈਂਡ ਵੀ ਰਿਹਾ ਤੇ ਉੱਥੇ ਵੀ ਬੜਾ ਸਿੰਪਲ ਜੀ ਲਾਈਫ ਮੈਂ ਆਪਣੀ ਰੱਖੀ ਹੈ। ਬੇਸ਼ੱਕ ਉਹ ਪਿਛੋਕੜ 'ਚ ਮੈਂ ਦੱਸਣਾ ਭੁੱਲ ਗਿਆ ਕਿ ਮੈਂ ਇੱਕ ਹਿੰਦੁਸਤਾਨ ਦੀ ਬਹੁਤ ਵੱਡੀ ਪਾਰਟੀ ਦੇ ਕਿਸੇ ਨੇਤਾ ਮੇਰੇ ਗ੍ਰੈਂਡਫਾਦਰ ਸੀਗੇ ਔਰ ਬੜੀ ਵੱਡੀ ਪੋਜੀਸ਼ਨ ਹੋਲਡ ਕਰਦੇ ਸੀ, ਲਾਲਾ ਪ੍ਰਿਥਵੀਰਾਜ ਕਪੂਰ, ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਬਾਪੂ ਕਿਹਾ ਜਾਂਦਾ ਸੀ। ਹੁਣ ਫਿਰ ਦੇਖਣ ਦਿਖਾਈ ਵਾਲੀ ਗੱਲ ਤੇ ਆ ਜਾਈਏ ਆਪਾਂ। ਦੇਖੋ ਜੀ, ਦੇਖਣ ਦਿਖਾਈ ਇਦਾਂ ਬਈ ਇਹਨਾਂ ਨੇ ਜਦੋਂ ਸਾਡੇ ਘਰ ਮਤਲਬ ਆਫਰ ਭੇਜੀ ਤਾਂ ਮੈਂ ਤਾਂ ਬਾਹਰ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਟੈਲੀਗ੍ਰਾਮ ਦਿੱਤੀ, ਕਮ ਟੂ ਜਲੰਧਰ ਇਮੀਡੀਏਟਲੀ ਜੀ। ਮੈਂ ਕਿਹਾ ਪਤਾ ਨਹੀਂ ਕੋਈ ਪ੍ਰੋਬਲਮ ਹੋ ਗਈ ਹੋਣੀ ਹੈ ਫੈਮਿਲੀ ਦੇ ਵਿੱਚ ਘਰ, ਭਈ ਜਿਹੜੀ ਇਹਨਾਂ ਨੇ ਕਿਹਾ ਵੀ ਜਲਦੀ ਘਰ ਆ ਜਾ। ਮੈਂ ਘਰ ਆਈ ਤਾਂ ਉਹ ਕਹਿੰਦੇ ਜੀ ਤੈਨੂੰ ਦਿਖਾਣਾ ਮੈਂ ਕਿਹਾ ਮੈਨੂੰ ਕਿਹਨੂੰ ਦਿਖਾਣਾ, ਬਿਕੋਜ਼ ਮੈਂ ਕੋਈ ਸ਼ਾਦੀ ਬਾਰੇ ਬਹੁਤ ਉਤਾਵਲੀ ਨਹੀਂ ਸੀ, ਨਾ ਹੀ ਮੈਂ ਕਦੇ ਇਹ ਸੋਚਿਆ ਸੀ ਵੀ ਮੈਂ ਜ਼ਿੰਦਗੀ 'ਚ ਸ਼ਾਦੀ ਵੀ ਕਰਨੀ ਹੈ, ਕਿਉਂਕਿ ਮੇਰਾ ਪੜ੍ਹਨ ਪੜ੍ਹਾਉਣ ਦਾ ਬਹੁਤ ਰੁਝਾਨ ਸੀਗਾ। ਪਰ ਮੈਂ ਆਪਣੇ ਮਦਰ ਨੂੰ ਕਿਹਾ ਸੀ ਵੀ ਮੈਂ ਅੱਛਾ ਤੁਹਾਡੇ ਕਹੇ ਚਲੀ ਤਾਂ ਮੈਂ ਜਾਊਂਗੀ, ਪਰ ਮੈਂ ਸਾੜੀ ਆਹੀ ਖੱਦਰ ਦੀ ਪਾਣੀ ਆ। ਅੱਛਾ। ਹਾਂ, ਜੇ ਤੁਸੀਂ ਕਿਹਾ ਵੀ ਰੰਗਦਾਰ ਪਾਣੀ, ਮੈਂ ਨਹੀਂ ਪਾਣੀ। ਅੱਛਾ। ਮੈਂ ਹਜੇ ਜਦ ਮੈਂ ਪਾਉਂਦੀ ਇਹੀ ਆ, ਮੈਂ ਇਹੀ ਪਾ ਕੇ ਜਾਣੀ ਹੈ ਔਰ ਮੈਂ ਚਿੱਟੀ ਸਾੜੀ ਹੀ ਪਾ ਕੇ ਗਈ ਸੀ। ਅੱਛਾ। ਮੈਂ ਕਿਹਾ ਜੋ ਮੈਂ ਹਾਂ ਮੈਂ ਇਦਾਂ ਹੀ ਜਾਣਾ, ਮੈਨੂੰ ਜੇ ਕਹੋ ਵੀ ਕੋਈ ਸ਼ਿੰਗਾਰ ਕਰਨਾ ਮੈਂ ਨਹੀਂ ਕਰਨਾ। ਅੱਛਾ। ਤੇ ਕਪੂਰ ਸਰ ਨੇ ਜਦੋਂ ਪਹਿਲੀ ਵਾਰ ਮੈਡਮ ਨੂੰ ਦੇਖਿਆ ਚਿੱਟੀ ਖੱਦਰ ਦੀ ਸਾੜੀ ਦੇ ਵਿੱਚ, ਕਿੱਦਾਂ ਦਾ ਮਹਿਸੂਸ ਹੋਇਆ ਸੀ? ਮੈਨੂੰ ਅੱਗੇ ਆਈਡੀਆ ਸੀ ਔਰ ਮੈਨੂੰ ਜਿਨ੍ਹਾਂ ਨੇ ਇਹ ਦੱਸ ਪਾਈ ਸੀ ਉਹ ਇਹ ਕਹਿੰਦੇ ਸੀ ਕਿ ਲੜਕੀ ਖੂਬਸੂਰਤ ਹੈ ਔਰ ਮੇਰੇ ਮਦਰ ਕਹਿੰਦੇ ਸੀ ਵੀ ਲੜਕੀ ਨੂੰ ਦੇਖਣਾ ਹੈ ਤੇ ਹਾਂ ਕਰਕੇ ਹੀ ਆਣੀ ਹੈ, ਕਿਉਂਕਿ ਮੈਂ ਬਾਹਰੋਂ ਆਇਆ ਸੀ। ਠੀਕ ਹੈ। ਇਸ ਕਰਕੇ ਉਹਨਾਂ ਦਾ ਤੇ ਇਹੀ ਸੀਗਾ ਕਿ ਜਿਸ ਵੀ ਲੜਕੀ ਨੂੰ ਦੇਖਣਾ ਹੈਗਾ ਉਹਨੂੰ ਹਾਂ ਕਰਨੀ ਹੈ ਜੀ। ਸੋ ਅਸੀਂ ਸਾਰੇ ਫੈਕਟਸ ਇੱਕ ਕਿਸਮ ਦੇ ਵੈਰੀਫਾਈ ਕਰ ਰਹੇ ਸੀ, ਕਿਉਂਕਿ ਐਜੂਕੇਸ਼ਨ ਸੀ ਔਰ ਸਾਤਵਿਕਤਾ ਵੀ ਸੀਗੀ, ਖੂਬਸੂਰਤੀ ਵੀ ਸੀ ਜੀ, ਫਿਰ ਲੋਕਲ ਸੀਗੇ, ਫਿਰ ਐਜੂਕੇਸ਼ਨ ਦੇ ਸੀ
ਇਸ ਕਰਕੇ ਬਸ ਇੱਕ ਵਾਰੀ ਦੇਖਿਆ, ਉਹਦੇ ਬਾਅਦ ਫਿਰ ਮੈਰਿਜ ਦੇ ਬਾਅਦ ਹੀ ਅਸੀਂ ਮਿਲੇ ਹਾਂ। ਅੱਛਾ ਜੀ, ਕਿੰਨਾ ਗੈਪ ਸੀਗਾ ਜਦੋਂ ਇੰਗੇਜਮੈਂਟ ਹੋ ਗਈ ਤੇ ਸ਼ਾਦੀ ਫਿਕਸ ਹੋਈ ਤੁਹਾਡੀ? 2-3 ਮਹੀਨੇ ਦਾ ਹੀ ਸੀ। ਅੱਛਾ ਜੀ, ਤੇ ਉਹ ਦੌਰਾਨ ਕਦੇ ਤੁਸੀਂ ਮਿਲੇ ਨਹੀਂ, ਕਦੇ ਗੱਲਬਾਤ ਨਹੀਂ ਉਸ ਕੀਤੀ? ਦੌਰਾਨ ਨਹੀਂ, ਕਿਉਂਕਿ ਇਹ ਕਾਂਗੜੇ ਚਲੇ ਗਏ। ਹਾਂਜੀ। ਇੱਥੇ ਵੀ ਹੁੰਦੇ ਤਾਂ ਵੀ ਨਹੀਂ ਸੀ ਮਿਲਣਾ, ਤਾਂ ਵੀ ਨਹੀਂ ਸੀ ਮਿਲਣਾ। ਕਿ ਅਸੀਂ ਟ੍ਰੈਡੀਸ਼ਨਲ ਲੋਕ ਜਿਹੜੇ ਹੈ, ਅਸੀਂ ਉਹ ਪੁਰਾਣੇ ਖਿਆਲਾਂ ਦੇ ਮਾਂ-ਬਾਪ ਲੋਕ ਆ। ਦੇ ਕਹੇ ਦੇ ਮੁਤਾਬਕ ਚੱਲਦੇ ਸੀ ਜੀ। ਇਹ ਤੇ ਜਿਸ ਦਿਨ ਸ਼ਾਦੀ ਵੀ ਹੋਈ ਹੈ ਤੇ ਇਹਨਾਂ ਦੇ ਘਰਦਿਆਂ ਨੂੰ ਫਿਕਰ ਪਿਆ ਸੀ ਵੀ ਲੜਕੀ ਪਹੁੰਚੂਗੀ ਟਾਈਮ ਤੇ ਕਿ ਨਹੀਂ ਪਹੁੰਚੇਗੀ। ਕਿਉਂਕਿ ਮੈਂ ਉਸ ਦਿਨ ਵੀ ਐਵੇਂ ਟੀਮ ਕਿਉਂ? ਲੈ ਕੇ ਗਈ ਹੋਈ ਸੀਗੀ ਅੱਛਾ। ਧਰਮਸ਼ਾਲਾ। ਅੱਛਾ ਜੀ। ਹਾਂਜੀ, ਸਾਡੀ ਉੱਥੇ ਚੱਲ ਰਿਹਾ ਸੀਗਾ ਯੂਥ ਫੈਸਟੀਵਲ, ਠੀਕ ਹੈ। ਤੇ ਮੈਂ ਉੱਥੇ ਵੀ ਡੀਨ ਸੀ ਐਕਸਟਰਾ ਕੁਰਿਕੂਲਰ ਐਕਟੀਵਿਟੀਜ਼ ਦੀ, ਜੀ। ਤੇ ਮੈਂ ਉਸ ਦਿਨ ਟੀਮ ਲੈ ਕੇ ਗਈ ਸੀਗੀ। ਸ਼ਾਮ ਨੂੰ ਬਰਾਤ ਨੇ ਆਣਾ ਸੀ ਔਰ ਇਹ ਪਹੁੰਚੇ ਨਹੀਂ ਸੀ ਹਜੇ 2-3 ਵਜੇ ਤੱਕ। ਉੱਥੇ ਮੈਂ ਮਤਲਬ ਇਹਨਾਂ ਦਾ ਰਜਿਸਟ੍ਰੇਸ਼ਨ ਵਗੈਰਾ ਹੋ ਜਾਵੇ ਤੇ ਮੇਰੀ ਚਿੰਤਾ ਖਤਮ ਹੋਵੇ, ਫਿਰ ਮੈਂ ਸਿੱਧੀ ਧਰਮਸ਼ਾਲਾ ਤੋਂ ਬੱਸ ਲੈ ਕੇ ਜਲੰਧਰ ਪਹੁੰਚੀ ਸੀਗੀ ਵੀ ਹੁਣ ਮੇਰੀ ਸ਼ਾਮ ਨੂੰ ਸ਼ਾਦੀ ਹੈ। ਜਦੋਂ ਘਰ 'ਚ ਆਏ ਤੇ ਉਦੋਂ ਘਰਦਿਆਂ ਨੇ ਕਿੱਦਾਂ ਦਾ ਸਵਾਗਤ ਕੀਤਾ ਔਰ ਇਸ ਚੀਜ਼ ਦੇ ਵਿੱਚ ਉਹ ਕਿੰਨਾ ਕੁ ਰਾਜ਼ੀ ਸੀ? ਨਹੀਂ ਤਾਂ ਕਹਿੰਦੇ ਹੁੰਦੇ ਆ ਕਿ ਨਵੀਂ ਵਹੁਟੀ ਆਈ ਹੈ ਘਰ ਦੇ ਵਿੱਚ ਤੇ ਬਹੁਤ ਕੁਝ ਰੀਤੀ ਰਿਵਾਜ ਕਰਨ ਵਾਲੇ ਹੁੰਦੇ ਨੇ, ਬਹੁਤ ਕੁਝ ਕੰਮ ਹੁੰਦੇ ਨੇ, ਜ਼ਿੰਮੇਵਾਰੀਆਂ ਹੁੰਦੀਆਂ ਨੇ, ਪਰ ਉਹਨਾਂ ਦਾ ਬਹੁਤ ਸਾਥ ਸੀਗਾ ਜਿਹੜਾ ਉਹਨਾਂ ਨੇ ਤੁਹਾਨੂੰ ਕਾਂਗੜੇ ਜਾਣ ਦੇ ਲਈ ਫਿਰ ਅਲਾਉ ਕਰਤਾ, ਹੈ ਨਾ? ਬਿਲਕੁਲ ਇਦਾਂ ਬੇਟੇ ਕਿ ਮੇਰੇ ਜਿਹੜੇ ਮਦਰ ਇਨ ਲਾ ਉਹ ਇੰਨੇ ਐਜੂਕੇਟਿਡ ਸੀਗੇ, ਪੜ੍ਹੇ ਲਿਖੇ ਸੀਗੇ, ਔਰ ਉਹ ਪੁਰਾਣੇ ਗ੍ਰੈਜੂਏਟ ਸੀਗੇ, ਔਰ ਉਹਨਾਂ ਨੂੰ ਮਤਲਬ ਇਸ ਚੀਜ਼ ਦੀ ਪਹਿਲਾਂ ਹੀ ਅੰਡਰਸਟੈਂਡਿੰਗ ਸੀਗੀ ਭਈ ਇਹਨੇ ਕੁੜੀ ਜਦ ਬਾਹਰ ਜੌਬ ਕਰਦੀ ਪਈ ਹੈ ਤਾਂ ਫਿਰ ਇਹਨੇ ਵਾਪਸ ਤਾਂ ਜਾਣਾ ਹੀ ਹੈ ਨਾ, ਕਿੰਨੀਆਂ ਕੁ ਛੁੱਟੀਆਂ ਲੈਣੀਆਂ, ਪ੍ਰਾਈਵੇਟ ਕਾਲਜ ਹੈ। ਸੋ ਮਤਲਬ ਜਿਵੇਂ ਮੈਂ ਕਿਹਾ ਉਹਨਾਂ ਨੂੰ, ਮਤਲਬ ਇੱਕ ਦਿਨ ਰੁਕੀ ਸੀਗੀ, ਇੱਕ ਦਿਨ ਦੇ ਬਾਅਦ ਫਿਰ ਮੈਂ ਅਗਲੇ ਦਿਨ ਚਲੀ ਗਈ ਸੀਗੀ, ਤੇ ਜੋ ਵੀ ਕਰਨਾ ਸੀਗਾ ਰੀਤੀ ਰਿਵਾਜ ਉਹਨਾਂ ਨੇ ਆਪਣਾ ਕਰ ਲਿਆ, ਤੇ ਮੈਂ ਮੁੜ ਕੇ ਆਪਣੇ ਅਗਲੇ ਰੂਪ ਦੇ ਵਿੱਚ ਆਪਣੇ ਜੌਬ ਤੇ ਚਲੀ ਗਈ, ਕਿਉਂਕਿ ਮੈਨੂੰ ਸੀਗਾ ਕਿ ਮੇਰਾ ਗੋਲ ਜਿਹੜਾ ਆ ਉਹ ਪੂਰਾ ਹੋਣਾ ਚਾਹੀਦਾ ਆ। ਤੇ ਆਈ ਮੀਨ ਕਿਉਂਕਿ ਮੈਂ ਬੜੀਆਂ ਮੁਸ਼ਕਲਾਂ ਦੇ ਨਾਲ ਪੜ੍ਹੀ ਸੀਗੀ। ਮੇਰਾ ਜਿਹੜਾ ਜੀਵਨ ਹੈ ਇਹਨਾਂ ਨੂੰ ਤਾਂ ਜੋ ਮਿਲਿਆ ਪਲੇਟ 'ਚ ਪੈ ਕੇ ਮਿਲਿਆ, ਕਿਉਂਕਿ ਇੱਕ ਬਹੁਤ ਮਤਲਬ ਵੈਲ ਟੂ ਡੂ ਫੈਮਿਲੀ ਨੂੰ ਬਿਲੋਂਗ ਕਰਦੇ, ਲੇਕਿਨ ਅਸੀਂ ਜੋ ਪਾਇਆ, ਜੋ ਮੈਂ ਪਾਇਆ, ਮੈਂ ਆਪਣੀ ਮਿਹਨਤ ਨਾਲ ਪਾਇਆ। ਬਿਕੋਜ਼ ਉਸ ਪਰਿਵਾਰ ਦੇ ਵਿੱਚ ਲੜਕੀਆਂ ਨੂੰ ਪੜ੍ਹਾਉਣ ਦੀ ਪਰੰਪਰਾ ਨਹੀਂ ਸੀਗੀ। ਅੱਛਾ। I mean, they were deadly against the education of girls particularly, ਕਿਉਂਕਿ ਔਰ ਮੇਰੇ ਪਿਤਾ ਜੀ ਉਂਝ ਬਹੁਤ ਜ਼ਿਆਦਾ ਸਾਨੂੰ ਪਿਆਰ ਕਰਦੇ ਸੀਗੇ, ਸਾਨੂੰ ਹਰ ਉਹਨਾਂ ਨੇ ਸੁਵਿਧਾ ਦਿੱਤੀ ਹੈ, ਲੇਕਿਨ ਜਿੱਥੇ ਤੱਕ ਪੜ੍ਹਾਈ ਦਾ ਸਵਾਲ ਸੀਗਾ ਉਹ ਕਹਿੰਦੇ ਸੀ ਬਸ 10ਵੀਂ ਬਹੁਤ ਹੈ। ਮੇਰੇ ਮਦਰ ਨੂੰ ਕਹਿੰਦੇ ਹੁੰਦੇ ਸੀਗੇ 10ਵੀਂ ਕਰ ਲਈ, ਹੁਣ ਇਹਦੇ ਹੱਥ ਸਿੱਧੇ ਕਰ, ਮਤਲਬ ਕੋਈ ਸਿਲਾਈ ਕਢਾਈ ਆਣੀ ਚਾਹੀਦੀ ਹੈ, ਕੋਈ ਖਾਣਾ ਬਣਾਉਣਾ ਆਣਾ ਚਾਹੀਦਾ ਹੈ, ਬਸ ਲੜਕਾ ਲੱਭੋ ਤਾਂ ਵਿਆਹ ਦਿਓ। ਆਈ ਮੀਨ ਕਿਉਂਕਿ ਮੇਰੇ ਫਾਦਰ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਲੜਕੀ ਬਹੁਤਾ ਪੜ੍ਹ ਗਈ ਨਾ ਫਿਰ ਉਹ ਅਗਲੇ ਘਰ ਜਾ ਕੇ ਵਸਣ ਦੇ ਕਾਬਿਲ ਨਹੀਂ ਰਹਿੰਦੀ। ਅੱਛਾ। ਵੀ ਉਹ ਵਸਦੀ ਨਹੀਂ, ਲੇਕਿਨ ਉਹਨਾਂ ਦਾ ਵਿਸ਼ਵਾਸ ਬਣਿਆ ਔਰ ਉਸ ਵਿਸ਼ਵਾਸ ਨੂੰ ਮੈਂ ਜਿੱਥੇ ਤੱਕ ਮਤਲਬ ਜੀ ਜਾਨ ਨਾਲ ਨਿਭਾਇਆ, ਔਰ ਪੜ੍ਹੀ ਵੀ ਔਰ ਵਸੀ ਵੀ। ਬੇਟਾ ਹੋਣ ਦੇ ਨਾਤੇ ਮੈਨੂੰ ਬੜਾ ਮਾਣ ਹੈ ਮੇਰੇ ਪੇਰੈਂਟਸ ਦੀ ਕੰਟਰੀਬਿਊਸ਼ਨਸ ਕਈ ਸੈਕਟਰਸ ਦੇ ਵਿੱਚ, ਜਿਨ੍ਹਾਂ ਵਿੱਚ ਐਜੂਕੇਸ਼ਨ ਹੈ, ਜਿਨ੍ਹਾਂ ਵਿੱਚ ਵੂਮਨ ਵੈਲਫੇਅਰ ਹੈ, ਜਿਨ੍ਹਾਂ ਵਿੱਚ ਰਿਲੀਜਨ ਹੈ, ਜਿਨ੍ਹਾਂ ਵਿੱਚ ਫਿਲਾਸਫੀ ਹੈ, ਜਿਨ੍ਹਾਂ ਵਿੱਚ ਸੋਸਾਇਟੀ ਇਨ ਜਨਰਲ ਹੈ, ਔਰ ਮੈਨੂੰ ਪਤਾ ਹੈ ਕਿ ਉਹਨਾਂ ਦੀ ਕੰਟਰੀਬਿਊਸ਼ਨ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰੱਖੀ ਜਾਏਗੀ। ਬੇਟਾ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਮੇਰੇ ਪੇਰੈਂਟਸ ਦੀ ਰਿਟਾਇਰਡ ਲਾਈਫ ਅੱਛੀ ਰਹੇ, ਹੈਲਦੀ ਰਹਿਣ, ਹੈਪੀ ਰਹਿਣ ਤੇ ਖੁਸ਼ ਰਹਿਣ। Sat Shri Akal everyone. I am the elder daughter of Dr. Satish Kapoor and Dr. Usha Kapoor, currently settled in Canada. It's an honor for me to talk about my parents' life and achievements. I feel instead of talking about their academics, I would like to share my feelings, how I feel as their daughter. Our parents raised us providing the best education, teaching us the values, providing us a great culture at home, and yes, making sure we were always engaged in something productive. Our parents gave us that education and freedom to explore the world, but also taught us our limits and how to distinguish between right or wrong. I would like to conclude very strongly that my parents are not only my ideals, but they are my idols as well. डॉक्टर सतीश कपूर और डॉक्टर ਊਸ਼ਾ ਕਪੂਰ ਦੋ ਐਸੇ ਨਾਮ ਨੇ ਜੋ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੀ ਕਿਤਾਬ ਦੇ ਪਹਿਲੇ ਪੰਨੇ ਤੇ ਲਿਖੇ ਜਾਣਗੇ, ਕਿਉਂਕਿ ਐਜੂਕੇਸ਼ਨਿਸਟ ਹੋਣ ਦੇ ਨਾਲ ਨਾਲ ਉਹਨਾਂ ਨੇ ਸੋਸ਼ਲ ਕਾਜ਼ ਲਈ ਵੀ ਬਹੁਤ ਕੰਮ ਕੀਤਾ ਹੈ। ਕਹਿੰਦੇ ਨੇ ਕਿ ਕੁਦਰਤ ਵੀ ਕੁਝ ਲੋਕਾਂ ਨੂੰ ਚੂਜ਼ ਕਰਦੀ ਹੈ ਤਾਂ ਕਿ ਉਹ ਦੂਸਰਿਆਂ ਦੀ ਮਦਦ ਕਰ ਸਕਣ।
ਸੋ ਮੇਰੇ ਮਾਪੇ ਦੋਨੋਂ ਹੀ ਉਹਨਾਂ ਕੁਝ ਬੰਦਿਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਦੂਸਰਿਆਂ ਦੀ ਮਦਦ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕ ਮੋਟੋ ਰੱਖਿਆ। ਬਹੁਤ ਅੱਛੇ ਐਜੂਕੇਸ਼ਨਿਸਟ ਹੋਣ ਦੇ ਨਾਲ ਉਹ ਬਹੁਤ ਅੱਛੇ ਪੇਰੈਂਟਸ ਵੀ ਰਹੇ ਨੇ ਐਂਡ ਆਈ ਫੀਲ ਸੋ ਬਲੈਸਡ ਟੂ ਹੈਵ ਸੱਚ ਵੰਡਰਫੁਲ ਪੇਰੈਂਟਸ। ਔਰ ਉਹਨਾਂ ਨੇ ਸਾਨੂੰ ਬਹੁਤ ਪ੍ਰੇਰਿਤ ਕੀਤਾ ਔਰ ਸਾਡੀ ਜ਼ਿੰਦਗੀ ਦੀ ਜਰਨੀ 'ਚ ਉਹਨਾਂ ਨੇ ਬਹੁਤ ਇੰਪੋਰਟੈਂਟ ਰੋਲ ਨਿਭਾਇਆ। ਵਟ ਐਵਰ ਆਈ ਐਮ ਟੁਡੇ, ਮੈਂ ਆਪਣੇ ਪੇਰੈਂਟਸ ਨੂੰ ਹੀ ਸਾਰੀ ਸਕਸੈਸ ਡੈਡੀਕੇਟ ਕਰਦੀ ਹਾਂ। ਦੋਨੋਂ ਜਾਣੇ ਜਦੋਂ ਇਕੱਠੇ ਹੋ ਗਏ, ਇੱਕੋ ਘਰ 'ਚ ਰਹਿਣ ਲੱਗ ਪਏ, 24 ਘੰਟੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਫਿਰ ਉਦੋਂ ਕਿੱਦਾਂ ਦਾ ਆਪਸ ਵਿੱਚ ਹੀ ਇੱਕ ਜਿਹੜਾ ਰਿਲੇਸ਼ਨ ਸੀ, ਬੌਂਡਿੰਗ ਸੀ, ਕਿੱਦਾਂ ਮੈਨੇਜ ਕਰਦੇ ਸੀ ਦੋਨੋਂ ਜਾਣੇ? ਕਿਉਂਕਿ ਜੌਬ ਤੁਸੀਂ ਵੀ ਕਰਦੇ ਸੀ, ਸਰ ਵੀ ਕਰਦੇ ਸੀ, ਕੀ ਕੁਝ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਸੀ ਜਾਂ ਆਪਣੇ ਆਪ ਹੀ ਸਭ ਕੁਝ ਹੋ ਜਾਂਦਾ ਸੀ? ਉਹਦੇ 'ਚ ਇਸ ਤਰ੍ਹਾਂ ਸੀ ਜੀ ਕਿ ਜਿਹੜਾ ਇਹਨਾਂ ਨੇ ਜੁਆਇਨ ਕੀਤਾ ਸੀ ਉਹ ਪਹਿਲੇ ਈਵਨਿੰਗ ਕਾਲਜ ਸੀ। ਠੀਕ ਹੈ। ਸੋ ਇਸ ਕਰਕੇ ਸਵੇਰੇ ਮੈਂ ਚਲਾ ਜਾਂਦਾ ਸੀ ਔਰ ਕਿਉਂਕਿ ਅਸੀਂ ਪੇਰੈਂਟਸ ਦੇ ਨਾਲ ਰਹਿੰਦੇ ਸੀਗੇ। ਹਾਂਜੀ। ਹੁਣ ਵੀ ਜਿਹੜੇ ਘਰ 'ਚ ਰਹਿ ਰਹੇ ਆ ਪੇਰੈਂਟਸ ਨਹੀਂ ਬਣਾਇਆ ਦਾ ਜੀ। ਔਰ ਇਹ ਸ਼ਾਮ ਦੀ ਇਹਨਾਂ ਦੀ ਨਾਲੇ ਮਦਰ ਸੀਗੇ, ਸੋ ਬੱਚਿਆਂ ਦੀ ਕੇਅਰ ਪਿੱਛੇ ਮਦਰ ਕਰ ਸਕਦੇ ਸੀ। ਠੀਕ ਹੈ। ਮੇਰਾ ਜਿਹੜਾ ਬੇਟਾ ਹੈ ਪੰਕਜ ਕਪੂਰ, 77 ਚ ਪੈਦਾ ਹੋਇਆ, 1977 ਦੇ ਵਿੱਚ 9 ਨਵੰਬਰ 1977 ਚ ਪੈਦਾ ਹੋਇਆ ਜੀ। ਉਸ ਤੋਂ ਬਾਅਦ ਜਿਹੜੀ ਬੇਟੀ ਹੈ ਉਹ 79 ਦੇ ਵਿੱਚ ਪੈਦਾ ਹੋਈ, ਮਨੀਸ਼ੀ ਸਪਰਾ। ਉਸ ਤੋਂ ਬਾਅਦ ਫਿਰ 1982 ਦੇ ਵਿੱਚ ਮੇਰੀ ਜਿਹੜੀ ਸਭ ਤੋਂ ਛੋਟੀ ਡਾਟਰ ਹੈਗੀ ਹੈ ਸਮ੍ਰਿਤੀ। ਬੇਟਾ ਮੇਰਾ ਤਾਂ NTSC ਸਕਾਲਰ ਹੋਲਡਰ ਹੈ। ਆਈ ਮੀਨ 2 ਪ੍ਰਾਈਮ ਮਿਨਿਸਟਰਸ ਤੋਂ ਅਵਾਰਡ ਮਿਲਿਆ, ਸਰਦਾਰ ਮਨਮੋਹਨ ਸਿੰਘ ਜੀ ਨੇ ਔਰ ਦੇਵੇ ਗੌੜਾ ਜੀ ਨੇ, ਦੋਨਾਂ ਨੇ ਉਸ ਨੂੰ ਆਨਰ ਕੀਤਾ ਹੈ। ਤਿੰਨੇ ਬੱਚੇ ਕੈਨੇਡਾ 'ਚ ਹੈਗੇ ਆ ਜੀ। ਸੋ ਇਹ ਲਾਈਫ ਦੇ ਵਿੱਚ ਹੋਰ ਕੌਣ ਨੇ ਤਿੰਨੋਂ ਬੱਚਿਆਂ ਦੇ ਨਾਲ ਪਰਿਵਾਰ ਦੇ ਵਿੱਚ ਤੁਹਾਡੇ ਦੋਤੇ ਪੋਤੇ ਹੋਣਗੇ? ਹਾਂਜੀ ਬਿਲਕੁਲ ਜੀ, ਸਾਰੇ 5 ਗ੍ਰੈਂਡਸਨ ਹੈ ਜੀ, 1 ਗ੍ਰੈਂਡ ਡਾਟਰ ਹੈ। ਕੀ ਬਾਤ ਹੈ। ਔਰ ਜਿਹੜੀ ਗ੍ਰੈਂਡ ਡਾਟਰ ਹੈ ਉਸ ਨੂੰ ਵੀ ਪੜ੍ਹਨ ਦਾ ਇੰਨਾ ਸ਼ੌਕ ਹੈ, ਬਹੁਤ ਛੋਟੀ ਜੀ ਹੈ, ਲੇਟੀ ਦੀ ਹੈ ਔਰ ਇੱਕ ਮੈਗਜ਼ੀਨ ਵਿੱਚ ਇਸ ਤਰ੍ਹਾਂ ਪੜ੍ਹ ਰਹੀ ਹੈ 3 ਕੇ 4 ਮਹੀਨੇ ਜਿੱਦਾਂ ਉਸਨੇ ਕਿਤੇ ਬਾਹਰ ਜਾ ਕੇ ਲੈਕਚਰ ਦੇਣਾ ਹੁੰਦਾ। ਉਹ ਕੀ ਬੜੇ ਸ਼ੌਕ ਕਨਸੈਂਟਰੇਸ਼ਨ ਦੇ ਨਾਲ ਪੜ੍ਹਦੀ ਪਈ ਹੈ ਤੇ ਗੁੜਤੀ ਉਹੋ ਜਿਹੀ ਮਿਲੀ ਹੋਈ ਹੈ ਤੇ ਬੱਚਿਆਂ ਨੇ ਤਾਂ ਆਪਣੇ ਆਪ ਹੀ ਜਿਹੜਾ ਹੈਗਾ ਪੜ੍ਹਾਈ ਦੇ ਵੱਲ ਜਾਣਾ ਹੈਗਾ। ਨਹੀਂ, ਬੱਚੇ ਸਾਰੇ ਹੀ ਬਹੁਤ ਲਾਇਕ ਹੈ। ਵੱਡੀ ਬੇਟੀ ਦਾ ਬੇਟਾ ਹੈ ਉਹ ਲੰਡਨ 'ਚ ਲਾਅ ਕਰ ਰਿਹਾ ਹੈ ਦਰਹਮ ਯੂਨੀਵਰਸਿਟੀ ਦੇ ਵਿੱਚ। ਜਿਹੜਾ ਛੋਟਾ ਹੈ ਉਹ ਹਜੇ 12 ਸਾਲ ਦਾ ਹੈ, ਉਹ ਕੈਨੇਡਾ 'ਚ ਹੈ, ਉਹ ਬੜਾ ਬ੍ਰਾਈਟ ਹੈ। ਅੱਛਾ ਜੀ। ਇਸ ਤਰ੍ਹਾਂ ਛੋਟੀ ਬੇਟੀ ਜਿਹੜੀ ਹੈ ਉਹਦੇ ਬੱਚੇ ਹਜੇ ਛੋਟੇ ਹੈਗੇ, ਸਕੂਲ ਗੋਇੰਗ ਹੈਗੇ ਆ ਜੀ। ਲੇਕਿਨ ਸਾਨੂੰ ਇਹਨਾਂ ਨੂੰ ਦੇਖ ਕੇ ਬਹੁਤ ਸਕੂਨ ਮਿਲਦਾ ਹੈ ਜੀ। ਜਿੱਥੇ ਆਪਾਂ ਕਹਿੰਦੇ ਆ ਕਿ ਵਿਆਹੁਤਾ ਜ਼ਿੰਦਗੀ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਤਾਂ ਬਹੁਤ ਕੁਝ ਚੀਜ਼ਾਂ ਤੁਸੀਂ ਜਿੱਦਾਂ ਕਿਹਾ ਕਿ ਮੈਂ ਪੜ੍ਹੀਆਂ, ਉਸ ਤੋਂ ਬਾਅਦ ਮੈਂ ਆਪਣੀਆਂ ਜਿਹੜੀਆਂ ਖੁਆਇਸ਼ਾਂ ਉਹ ਪੂਰੀਆਂ ਕੀਤੀਆਂ ਤੇ ਫਿਰ ਕੁਝ ਸਮਾਂ ਮਿਲਿਆ ਕਿ ਕਿਤੇ ਬਾਹਰ ਘੁੰਮਣ ਫਿਰਨ ਚਲੀਏ। ਚਲੋ ਹੁਣ ਸਮਾਂ ਹੈਗਾ ਕਿ ਆਪਾਂ ਕੁਝ ਯਾਦਾਂ ਇਕੱਠੀਆਂ ਕਰ ਲਈਏ ਅਲੱਗ-ਅਲੱਗ ਜਗ੍ਹਾ ਤੇ ਜਾ ਕੇ। ਕਿਉਂ ਨਹੀਂ। ਦੇਖੋ ਜਦ ਤੱਕ ਤਾਂ ਮੈਂ ਕਰਦੀ ਸੀ PhD, ਆਈ ਮੀਨ ਮੈਂ PhD ਜਦ ਤੱਕ ਖਤਮ ਨਹੀਂ ਹੋਈ ਤਦ ਤੱਕ ਤਾਂ ਡੰਡਾ ਬੜਾ ਜ਼ਬਰਦਸਤ ਸੀਗਾ ਬਈ ਬਿਲਕੁਲ ਨਹੀਂ ਕਿਤੇ ਜਾਣਾ। ਬਿਕੋਜ਼ ਡਾਕਟਰ ਸਾਹਿਬ ਦਾ ਇਹ ਹੁੰਦਾ ਸੀਗਾ ਕਿ ਬਈ ਦੇਖੋ ਪਹਿਲਾਂ ਆਪਣਾ ਜਿਹੜਾ ਗੋਲ ਹੈ ਨਾ ਉਹਨੂੰ ਪੂਰਾ ਕਰਨਾ ਹੈ। ਕੋਈ ਵੀ ਹਿਲ ਸਟੇਸ਼ਨ ਨਹੀਂ ਛੱਡਿਆ ਜੀ। ਹਰਿਦੁਆਰ, ਰਿਸ਼ੀਕੇਸ਼ ਹਰ ਸਾਲ ਜਾਂਦੇ ਸੀਗੇ, ਬਦਰੀਨਾਥ, ਆਈ ਮੀਨ ਚਾਹੇ ਉਹ ਮਨਾਲੀ ਹੈ, ਕੁੱਲੂ ਹੈ, ਈਵਨ ਸ਼ਿਮਲਾ, ਜਿਹੜਾ ਮਾਨਾ ਗਾਉਂ ਹੈ ਉੱਥੇ ਤੱਕ ਗਏ ਆ, ਬਾਰਡਰ ਤੱਕ। ਉਦੋਂ ਵੀ ਬੱਚਿਆਂ ਨੂੰ ਨਾਲ ਲੈ ਕੇ ਹਮੇਸ਼ਾ। ਤੇ ਤੁਸੀਂ ਬੱਚਿਆਂ ਕੋਲ ਕਦੋਂ ਤੱਕ ਜਾਂਦੇ ਰਹਿੰਦੇ ਆ? ਕਿੰਨੀ ਕੁ ਦੇਰ ਬਾਅਦ ਜਾਂਦੇ ਰਹਿੰਦੇ ਉਹਨਾਂ ਨੂੰ ਮਿਲਣ ਦੇ ਲਈ? ਕਿਉਂਕਿ ਸਾਰੇ ਬੱਚੇ ਤਾਂ ਕੈਨੇਡਾ ਨੇ। ਹਾਂ, ਜਾਂਦੇ ਆ। ਵੀ ਕਾਲ ਹੈ ਉਹਨਾਂ ਦੀ ਵੀ, ਹਰ ਸਾਲ ਹੀ ਜਾਈਦਾ ਹੈ ਜੀ। 2-3 ਮਹੀਨੇ ਰਹਿ ਕੇ ਜੀ ਫਿਰ ਵਾਪਸ ਆ ਜਾਈਦਾ, ਕਿਉਂਕਿ ਨਾਲੇ ਸਾਰੇ ਬੱਚੇ ਹੁਣ ਇੱਥੇ ਤਾਂ ਆ ਨਹੀਂ ਸਕਦੇ। ਹਾਂਜੀ। ਫਿਰ ਅਸੀਂ ਚਲੇ ਜਾਂਦੇ ਆ ਤੇ ਸਾਰੇ ਬੱਚਿਆਂ ਨੂੰ ਮਿਲ ਵੀ ਆਈਦਾ ਵਾ। ਤੇ ਮੈਮ ਦੇ ਹੱਥ ਦੀ ਬਣੀ ਹੋਈ ਕਿਹੜੀ ਇਦਾਂ ਦੀ ਡਿਸ਼ ਹੈ ਜਿਹੜੀ ਪਸੰਦ ਹੈ ਤੁਹਾਨੂੰ? ਬਹੁਤ ਅੱਛੀ ਬਣਾਉਂਦੇ ਆ। ਅੱਛਾ ਜੀ, ਵਾਹ। ਇਹ ਜਿਹੜਾ ਇਹਨਾਂ ਦਾ ਬਹੁਤ ਵਧੀਆ ਕੁੱਕ ਵੀ ਨੇ ਨਾ ਮੈਮ। ਹਾਂਜੀ। ਕਿਹਾ ਜਾਂਦਾ ਹੈ ਕਿ ਨਾ ਜਦੋਂ ਦੋ ਪੜ੍ਹੇ ਲਿਖੇ ਇਨਸਾਨ ਘਰ ਦੇ ਵਿੱਚ ਹੋਣ ਹੈ ਨਾ ਤੇ ਜ਼ਿਆਦਾ ਬਹਿਸ ਨਹੀਂ ਹੁੰਦੀ ਹੈ ਨਾ, ਚੁੱਪ ਚਪੀਤੇ ਰਹਿ ਜਾਂਦੇ ਨੇ ਹੈ ਨਾ। ਲੜਾਈ ਝਗੜਾ ਕੀ ਕਦੇ ਤੁਹਾਡੇ ਦੋਨਾਂ ਦੇ ਵਿੱਚ ਹੋਇਆ ਕਿ ਕਦੇ ਐਦਾਂ ਊਚ ਨੀਚ ਇੱਕ ਦੂਸਰੇ ਦੇ ਨਾਲ ਗੱਲ ਹੋ ਗਈ ਜਾਂ ਮਨਮੁਟਾਵ ਹੋ ਗਏ? ਨਹੀਂ, ਇਹ ਮੈਂ ਤੁਹਾਨੂੰ ਦੱਸਦਾ ਇਹਦਾ ਬੇਸ ਕੀ ਹੈ। ਜਿਸ ਤਰ੍ਹਾਂ ਸਾਡਾ ਹਿਊਮਨ ਬ੍ਰੇਨ ਹੈ, ਸਾਇੰਟਿਸਟ ਕਹਿੰਦੇ ਕਿ ਇਹਦਾ ਇੱਕ ਰਾਈਟ ਹੈਮਿਸਫੀਅਰ ਹੈ, ਇੱਕ ਲੈਫਟ ਹੈਮਿਸਫੀਅਰ ਹੈ। ਹਾਂਜੀ। ਲੈਫਟ ਹੈਮਿਸਫੀਅਰ ਜਿਹੜਾ ਹੈ ਇਹ ਤਰਕ ਦੇ ਉੱਤੇ, ਲੌਜਿਕ ਦੇ ਉੱਤੇ, ਰੀਜ਼ਨ ਦੇ ਉੱਤੇ ਬੇਸਡ ਹੈ ਕਿ ਆਹ ਕੰਮ ਕਰ ਰਹੇ ਹਾਂ ਇਹਦਾ ਕੀ ਫਾਇਦਾ ਹੋਏਗਾ। ਔਰ ਹਾਰਟ ਦੇ ਬੇਸ ਤੇ ਜਿੰਨੇ ਵੀ ਕੰਮ ਹੁੰਦੇ ਉਹ ਐਸੇ ਕੰਮ ਹੁੰਦੇ ਜਿਨ੍ਹਾਂ ਦਾ ਤਰਕ ਕੋਈ ਨਹੀਂ ਹੁੰਦਾ, ਜਿਹਨੂੰ ਤੁਸੀਂ ਫੀਲ ਕਰ ਸਕਦੇ ਹੋ। ਲੇਕਿਨ ਕਿਸੇ ਮਸ਼ੀਨ ਦੇ ਵਿੱਚ ਉਹਦਾ ਟੈਸਟ ਨਹੀਂ ਹੋ ਸਕਦਾ। ਕਿਸੇ ਦੇ ਪ੍ਰਤੀ ਪਿਆਰ ਹੈ, ਸ਼ਰਧਾ ਹੈ, ਅਫੈਕਸ਼ਨ ਹੈ, ਉਹ ਤੁਹਾਡੀਆਂ ਅੱਖਾਂ ਤੋਂ ਝਲਕ ਸਕਦੀ ਹੈ, ਤੁਹਾਡੀ ਗੱਲਬਾਤ ਤੋਂ ਝਲਕ ਸਕਦੀ ਹੈਗੀ ਹੈ।
ਸੋ ਇਹ ਇਸ ਤਰ੍ਹਾਂ ਹੀ ਪਤੀ ਪਤਨੀ ਦਾ ਰਿਸ਼ਤਾ ਹੈਗਾ, ਹਾਰਟ ਔਰ ਮਾਈਂਡ ਦਾ। ਇਸਤਰੀ ਜਿਹੜੀ ਹੈ, ਲੇਡੀ ਜਿਹੜੀ ਹੈ, ਆਮ ਤੌਰ ਤੇ ਹਾਰਟ ਪ੍ਰਧਾਨ ਹੁੰਦੀ ਹੈ, ਔਰ ਪੁਰਸ਼ ਜਿਹੜੇ ਹੈ ਥੋੜਾ ਹੈਡ ਦੇ ਹਿਸਾਬ ਦੇ ਨਾਲ, ਯਾਨੀ ਕਿ ਪੁਰਸ਼ ਦੇ ਵਿੱਚ ਲੈਫਟ ਹੈਮਿਸਫੀਅਰ ਜ਼ਿਆਦਾ ਐਕਟਿਵ ਹੁੰਦਾ ਹੈ, ਰੀਜ਼ਨ, ਲੌਜਿਕ, ਇਹ ਉਹ, ਔਰ ਇਸਤਰੀਆਂ ਦੇ ਵਿੱਚ ਥੋੜਾ ਜਿਹਾ ਪਿਆਰ, ਸਨੇਹ, ਇਮੋਸ਼ਨਲ ਹੁੰਦਾ ਹੈ, ਭਾਵੁਕਤਾ ਜਿਹੜੀ ਹੈ ਹੁੰਦੀ ਹੈਗੀ ਹੈ। ਜਦੋਂ ਲੇਡੀ ਦੇ ਉੱਤੇ ਜ਼ਿਆਦਾ ਕੰਮ ਹੁੰਦਾ ਨਾ, ਕਈ ਵਾਰੀ ਫਿਰ ਤੁਹਾਨੂੰ ਖਿਝ ਆਉਂਦੀ ਹੈ, ਤੇ ਖਿਝ ਤੁਸੀਂ ਕਿਹਦੇ ਤੇ ਕੱਢ ਸਕਦੇ ਹੋ? ਜਾਂ ਆਪਣੇ ਬੱਚੇ ਤੇ ਜਾਂ ਆਪਣਾ ਸਾਥੀ। ਬਈ ਉਹਨੂੰ ਹੀ ਕਹਿ ਸਕਦੇ ਨਾ, ਮੈਂ ਨਹੀਂ ਕਰਨਾ, ਮੇਰੇ ਕੋ ਨਹੀਂ ਹੁੰਦਾ, ਤੁਸੀਂ ਮੈਨੂੰ ਪ੍ਰੋਬਲਮ ਚ ਪਾਇਆ ਹੋਇਆ। PhD ਦੇ ਬਗੈਰ ਵੀ ਤਾਂ ਦੁਨੀਆ ਚੱਲਦੀ ਹੈ, ਵੀ ਜ਼ਰੂਰੀ ਕਰਨੀ 3 ਮੇਰੇ ਬੱਚੇ ਹੈ। ਸੋ ਮਤਲਬ ਇਹ ਹੈ ਕਿ ਇਹਨਾਂ ਨਾਲ ਖਿਜਣਾ ਕੀ ਹੈ, ਇਹ ਹੱਲ ਕੱਢ ਕੇ ਮੇਰੇ ਹੱਥ 'ਚ ਫੜਾ ਦਿੰਦੇ ਆ। ਵੈਸੇ ਤਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਨੂੰ ਇਸ ਤਰ੍ਹਾਂ ਦੀਆਂ ਸਿਖਾ ਦਿੱਤੀਆਂ ਸਰ ਤੇ ਮੈਮ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਹੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਨੇ। ਪਰ ਫਿਰ ਵੀ ਸਾਡੇ ਪ੍ਰੋਗਰਾਮ ਦੀ ਜਿੱਦਾਂ ਰੀਤ ਹੈ, ਅਸੀਂ ਜਾਂਦੇ ਜਾਂਦੇ ਹੋਏ ਇੱਕ ਖਾਸ ਜੋੜੀ ਦੇ ਕੋਲ ਸੁਨੇਹਾ ਲੈਂਦੇ ਆ, ਤੇ ਅੱਜ ਜਿਹੜੀ ਖਾਸ ਜੋੜੀ ਸਾਡੇ ਵਿਚਕਾਰ ਨੇ ਉਹਨਾਂ ਤੋਂ ਵੀ ਸੁਨੇਹਾ ਲੈ ਲੈਂਦੇ ਆ। ਸਭ ਤੋਂ ਪਹਿਲਾਂ ਡਾਕਟਰ ਸਤੀਸ਼ ਕਪੂਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹ ਸਾਰੇ ਹੀ ਲੋਕਾਂ ਨੂੰ ਜਿਹੜੇ ਕਿ ਮਾੜੀ ਮੋਟੀ ਗੱਲ ਉੱਤੇ ਡਿਵੋਰਸ ਤੱਕ ਪਹੁੰਚ ਜਾਂਦੇ ਨੇ, ਥੋੜਾ ਵੀ ਪੇਸ਼ੈਂਸ ਲੈਵਲ ਨਹੀਂ ਰੱਖਦੇ ਔਰ ਸਮਾਜ ਦੇ ਵਿੱਚ ਚੰਗੇ ਰਿਸ਼ਤੇ ਨਹੀਂ ਬਣਾ ਸਕਦੇ? ਕੀ ਸੁਨੇਹਾ ਹੈ ਉਹਨਾਂ ਲਈ? ਦੇਖੋ, ਪੇਸ਼ੈਂਸ ਇੱਕ ਬਹੁਤ ਵੱਡੀ ਕੁਆਲਿਟੀ ਹੈ, ਔਰ ਇੱਕ ਹਾਇਰ ਵੈਲਿਊ ਦੇ ਕੈਟੇਗਰੀ ਦੇ ਵਿੱਚ ਇਸ ਨੂੰ ਰੱਖਿਆ ਜਾ ਸਕਦਾ ਹੈ ਜੀ, ਕਿਉਂਕਿ ਲੜਕਾ ਲੜਕੀ ਦੋਨੇ ਅਲੱਗ-ਅਲੱਗ ਬੈਕਗ੍ਰਾਉਂਡਸ 'ਚੋਂ ਆਉਂਦੇ ਹੈ, ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਪਲੇ ਦੇ ਹੈ, ਅਲੱਗ-ਅਲੱਗ ਸ਼ੌਕ ਹੈ ਉਹਨਾਂ ਦੇ, ਔਰ ਹਰ ਚੀਜ਼ ਅਲੱਗ-ਅਲੱਗ ਹੁੰਦੀ ਹੈ। ਲੇਕਿਨ ਕੁਝ ਮੀਟਿੰਗ ਪੁਆਇੰਟਸ ਦਾ ਹੋਣਾ ਬਹੁਤ ਜ਼ਰੂਰੀ ਹੈ ਅਗਰ ਮੈਰਿਜ ਨੇ ਸਕਸੈਸਫੁਲ ਹੋਣਾ ਹੈ। ਲੜਕੀ ਨੂੰ ਸਪੇਸ ਦੇਣੀ ਬਹੁਤ ਜ਼ਰੂਰੀ ਹੈ। ਪੁਰਾਣੇ ਟਾਈਮ 'ਚ ਨਹੀਂ ਸੀ ਸਪੇਸ ਦਿੱਤੀ ਜਾਂਦੀ। ਘਰ ਦੇ ਲੋਕਾਂ ਦਾ ਲੜਕੀ ਅਗਰ ਵਰਕਿੰਗ ਹੈ, ਡਿਊਅਲ ਰੋਲ ਪਲੇ ਕਰ ਰਹੀ ਹੈ, ਤੇ ਉਸ ਦੇ ਵਿੱਚ ਉਸ ਨੂੰ ਐਪਰੀਸ਼ੀਏਟ ਕਰਨਾ, ਉਸ ਨੂੰ ਮੋਟੀਵੇਟ ਕਰਨਾ, ਇਹ ਵੱਡੇ ਵਡੇਰਿਆਂ ਦਾ ਫਰਜ਼ ਹੈ ਅਗਰ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿ ਰਹੇ ਹੈ। ਬਿਲਕੁਲ ਜੀ। ਅਗਰ ਉਹ ਅਲੱਗ ਰਹਿ ਰਹੇ ਹੈ ਤੇ ਦੋਨਾਂ ਨੂੰ ਆਪਣੇ ਆਪਣੇ ਏਰੀਆਜ਼ ਜਿਹੜੇ ਹੈ ਇਹ ਡਿਮਾਰਕੇਟ ਕਰਨ ਦੀ ਜ਼ਰੂਰਤ ਹੁੰਦੀ ਹੈ। ਹਰ ਗੱਲ ਦੇ ਵਿੱਚ ਦਖਲਅੰਦਾਜ਼ੀ, ਹਰ ਗੱਲ ਦੇ ਵਿੱਚ ਨੁਕਸ ਕੱਢਣਾ, ਹਰ ਗੱਲ ਨੂੰ ਇੱਕ ਪ੍ਰੋਬਲਮ ਬਣਾ ਦੇਣਾ, ਔਰ ਕਦੀ ਪੇਰੈਂਟਸ ਕਰਕੇ ਲੜਨਾ, ਕਦੀ ਕਿਸੇ ਹੋਰ ਦੋਸਤਾਂ ਕਰਕੇ ਲੜਨਾ, ਜਿੰਨਾ ਚਿਰ ਇਹ ਚੀਜ਼ ਚੱਲਦੀ ਰਹਿੰਦੀ ਹੈ ਤੇ ਤੁਸੀਂ ਸਮਝ ਸਕਦੇ ਹੋ ਫਿਰ ਉਹਦਾ ਰਿਜ਼ਲਟ ਕੀ ਹੁੰਦਾ। ਤੇ ਇੱਧਰ ਕਪੂਰ ਮੈਮ ਦਾ ਕੀ ਸੁਨੇਹਾ ਹੈ ਉਹਨਾਂ ਸਾਰੇ ਲੋਕਾਂ ਦੇ ਲਈ? ਦੇਖੋ, ਮੇਰਾ ਤਾਂ ਆਪਣੀਆਂ ਬੇਟੀਆਂ ਵਾਸਤੇ, ਆਪਣੀਆਂ ਛੋਟੀਆਂ ਭੈਣਾਂ ਵਾਸਤੇ ਇਹੀ ਸੰਦੇਸ਼ ਹੈ ਕਿ ਬਈ ਸ਼ਾਦੀ ਜੇ ਕੀਤੀ ਹੈ ਤਾਂ ਉਸ ਨੂੰ ਨਿਭਾਉਣਾ ਵੀ ਜ਼ਰੂਰੀ ਹੈ ਜੀ, ਔਰ ਨਿਭਾਉਣ ਵਾਸਤੇ ਔਰਤ ਨੂੰ ਘਰ ਦੇ ਅੰਦਰ ਔਰ ਘਰ ਦੇ ਬਾਹਰ ਦੋਨਾਂ ਫਰੰਟ ਦੇ ਉੱਤੇ ਕਾਮਯਾਬ ਹੋਣ ਵਾਸਤੇ ਮਿਹਨਤ ਦੀ ਲੋੜ ਹੈ। ਕੀ ਬਾਤ ਹੈ। ਔਰ ਜਿੱਥੇ ਤੱਕ ਮਤਲਬ ਸਾਡਾ ਸਵਾਲ ਹੈ, ਯਾਨੀ ਕਿ ਇੱਕ ਲੇਡੀ ਦਾ ਘਰ ਦੇ ਅੰਦਰ ਉਹ ਵੀ ਜੋ ਮਾਂ-ਬਾਪ ਦੇ ਪ੍ਰਤੀ ਡਿਊਟੀ ਹੈ ਔਰ ਜੋ ਬੱਚਿਆਂ ਪ੍ਰਤੀ ਡਿਊਟੀ ਹੈ, ਪਤੀ ਦੇ ਪ੍ਰਤੀ ਡਿਊਟੀ ਹੈ, ਜਾਂ ਆਪਣੀ ਜੌਬ ਦੇ ਪ੍ਰਤੀ, ਕਿਉਂਕਿ ਆਪਾਂ ਡਬਲ ਕੰਮ ਕਰ ਰਹੇ ਹਾਂ, ਉਸ ਨੂੰ ਬਖੂਬੀ ਨਿਭਾਵੇ ਤਾਂ ਫਿਰ ਮੇਰੀ ਖਿਆਲ ਆ ਪਰਿਵਾਰ ਨੂੰ ਕਦੇ ਵੀ ਇਹ ਨਹੀਂ ਹੁੰਦਾ ਵੀ ਇਹ ਨੌਕਰੀ ਨਾ ਕਰੇ। ਜੀ, ਡੀਡੀ ਪੰਜਾਬੀ ਦਾ ਬਹੁਤ ਹੀ ਖਾਸ ਪ੍ਰੋਗਰਾਮ ਜੋੜੀਆਂ ਜਗ ਥੋੜੀਆਂ, ਤੁਸੀਂ ਸ਼ਿੰਗਾਰ ਲਾ ਦਿੱਤੇ ਪ੍ਰੋਗਰਾਮ ਨੂੰ, ਔਰ ਤੁਸੀਂ ਬਹੁਤ ਵਡਮੁੱਲਾ ਸਮਾਂ ਸਾਨੂੰ ਦਿੱਤਾ ਔਰ ਸਾਡੇ ਦਰਸ਼ਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਮੈਮ ਐਂਡ ਸਰ। ਥੈਂਕ ਯੂ ਜੀ।